स्टैंड आ जाता उसको एनालाइज करने के लिए 1 साल का। और ਜ਼ਿਮੀਂਦਾਰਾਂ ਨੂੰ ਸ਼ਾਇਦ ਉਹਦੇ ਬੈਨੀਫਿਟਸ ਨਜ਼ਰ ਆਉਣ ਲੱਗ ਪੈਣੇ ਸੀਗੇ। ਜੀ ਮੈਂ ਹੁਣੇ ਤੁਹਾਡੇ ਕੋਲ ਵਾਪਸ ਆ ਰਿਹਾ। ਹੁਣ ਇੱਥੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਕ੍ਰੌਪ ਇੰਸ਼ੋਰੈਂਸ ਉੱਤੇ ਗੱਲਬਾਤ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਕ੍ਰੌਪ ਇੰਸ਼ੋਰੈਂਸ ਦੀ। ਸਿੱਧੂ ਸਾਹਿਬ, ਜਿਹੜੀ ਇਹ ਸਕੀਮ ਨੈਸ਼ਨਲ ਐਗਰੀਕਲਚਰ ਇੰਸ਼ੋਰੈਂਸ ਸਕੀਮ ਆ ਜਿਹੜੀ ਕਈ ਥਾਵਾਂ ਤੇ ਚੱਲ ਰਹੀ ਆ, ਉਹਦੇ ਚ ਆਟੋਮੈਟਿਕਲੀ ਜਿਹੜਾ ਵੀ ਬੰਦਾ ਕਿਸੇ ਸਰਕਾਰੀ ਅਦਾਰੇ ਤੋਂ ਲੋਨ ਲੈਂਦਾ ਵਾ ਉਹ ਸਕੀਮ ਥੱਲੇ ਕਵਰਡ ਹੋ ਜਾਂਦਾ ਕ੍ਰੌਪ ਇੰਸ਼ੋਰੈਂਸ ਥੱਲੇ। ਇਹ ਫਿਰ ਇਹ ਕਿਵੇਂ ਹੋਇਆ ਵੀ ਕੁਝ ਰਾਜਾਂ 'ਚ ਲੱਗੀ ਤੇ ਕੁਝ ਰਾਜਾਂ ਦੇ ਵਿੱਚ ਨਹੀਂ ਲਾਗੂ ਹੋਈ? ਨਹੀਂ, ਇਸ ਸਕੀਮ ਨੂੰ ਪਹਿਲਾਂ ਸਟੇਟ ਦੇ ਵਿੱਚ ਲਾਗੂ ਕਰਨ ਵਾਸਤੇ ਸਟੇਟ ਨੂੰ ਨੋਟੀਫਿਕੇਸ਼ਨ ਕਰਨੀ ਪੈਂਦੀ ਹੈ ਵੀ ਅਸੀਂ ਇਹ ਸਕੀਮ ਨੂੰ ਇਸ ਏਰੀਆ 'ਚ ਲਾਗੂ ਕਰਨ ਲਈ ਤਿਆਰ ਹਾਂ। ਜਿੰਨਾ ਚਿਰ ਅਸੀਂ ਉਹ ਨੋਟੀਫਾਈ ਨਹੀਂ ਕਰਦੇ ਉਹਨਾਂ ਚਿਰ ਸਾਡੇ ਲਾਗੂ ਨਹੀਂ ਹੁੰਦੀ ਹੈ। ਅਸੀਂ NAIS ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਕੋਈ ਨੋਟੀਫਿਕੇਸ਼ਨ ਨਹੀਂ ਸੀ ਕੀਤੀ। ਹੁਣ ਜਿਹੜੀ ਮੋਡੀਫਾਈਡ NAIS ਜਿਹੜੀ ਕਿ ਪਿਛਲੇ ਸਾਲ ਤੋਂ ਸ਼ੁਰੂ ਹੋਈ ਹੈ ਉਹਨੂੰ ਨੋਟੀਫਾਈ ਕਰਨ ਲਈ ਅਸੀਂ 3 ਜ਼ਿਲ੍ਹੇ ਐਤਕੀ ਚੁਣੇ ਨੇ, ਰੋਪੜ, ਹੁਸ਼ਿਆਰਪੁਰ ਤੇ ਗੁਰਦਾਸਪੁਰ। ਉਹਨਾਂ ਲਈ ਅਸੀਂ ਹੁਣ ਨੋਟੀਫਿਕੇਸ਼ਨ ਕਰਨ ਜਾ ਰਹੇ ਹਾਂ। ਉਹਨਾਂ ਦੇ ਵਿੱਚ ਐਤਕੀ ਅਸੀਂ ਬੀਮਾ ਕਰਾਂਗੇ। ਕੋਈ ਨੋਟੀਫਿਕੇਸ਼ਨ ਦਾ ਮਤਲਬ ਇਹ ਹੈ ਕਿ ਜਿਹੜਾ ਪ੍ਰੀਮੀਅਮ ਉਹਦੇ 'ਚ ਵਰਕਆਊਟ ਹੁੰਦਾ ਡਿਫਰੈਂਟ ਸਲੈਬਸ ਦਾ, ਜਿਵੇਂ ਸੀਰੀਅਲਸ ਨੇ, ਆਪਣੀ ਕਣਕ ਹੈ ਜਾਂ ਝੋਨਾ ਹੈ, ਇਹਨਾਂ ਲਈ ਜੇ ਤੁਹਾਡਾ ਪ੍ਰੀਮੀਅਮ ਦੀ ਰਾਸ਼ੀ ਵਰਕਆਊਟ ਕਰਦੇ ਆ ਵੀ ਜਿਵੇਂ ਆਪਣੇ ਝੋਨੇ ਲਈ ਇਹਨਾਂ ਨੇ 45,000 ਰੁਪਇਆ ਕਿਹਾ ਵੀ 45 ਕੁਇੰਟਲ ਸਾਡੀ ਐਵਰੇਜ ਹੈ, 60 ਕੁਇੰਟਲ ਵੈਸੇ ਐਵਰੇਜ ਹੈ ਵੀ 45,000 ਰੁਪਏ ਦਾ ਤੱਕ ਦਾ ਇਹ ਬੀਮਾ ਕਰਨਗੇ ਪਰ ਹੈਕਟੇਅਰ ਦੇ ਹਿਸਾਬ ਨਾਲ। ਜੇ ਬੰਦੇ ਦਾ ਟੋਟਲ ਲਾਸ ਹੁੰਦਾ ਹੈ ਉਹਨੂੰ 45,000 ਰੁਪਇਆ ਦੇਣਗੇ। ਤਾਂ 45,000 ਦਾ ਅਗਰ 2% ਪ੍ਰੀਮੀਅਮ ਤੋਂ 2% ਤੋਂ ਉੱਤੇ ਆਉਂਦਾ ਹੈ ਤਾਂ 2% ਜਿਹੜਾ ਹੈ ਕਿਸਾਨ ਨੇ ਦੇਣਾ, 900 ਰੁਪਇਆ ਕਿਸਾਨ ਨੇ ਦੇਣਾ। ਹੁਣ 3.15 ਇਹਨਾਂ ਨੇ ਸਾਨੂੰ ਪ੍ਰੋਡਕਟ ਬਣਾ ਕੇ ਦਿੱਤਾ ਵੀ 3.15 ਪ੍ਰੀਮੀਅਮ ਲਵਾਂਗੇ ਤਾਂ 1350 ਰੁਪਏ ਬਣਦਾ। ਜਿਹੜੇ ਬਾਕੀ ਨੇ 450 ਉਹ ਪੰਜਾਬ ਸਰਕਾਰ ਨੇ ਤੇ ਭਾਰਤ ਸਰਕਾਰ ਨੇ ਅੱਧੋ ਅੱਧੀ ਦੇਣੇ ਨੇ, ਸਟੇਟ ਗਵਰਨਮੈਂਟ ਨੇ ਤੇ ਭਾਰਤ ਗਵਰਨਮੈਂਟ ਨੇ। ਤਾਂ ਇਸ ਲਈ ਸਕੀਮ ਜਿਹੜੀਆਂ ਸਟੇਟਾਂ 'ਚ ਲਾਗੂ ਹੈ ਉਹ ਸਟੇਟਾਂ ਪਹਿਲਾਂ ਬਜਟ ਪ੍ਰੋਵੀਜ਼ਨ ਕਰਦੀਆਂ ਨੇ, ਨੋਟੀਫਿਕੇਸ਼ਨ ਕਰਦੀਆਂ ਨੇ ਤੇ ਉਹ ਪ੍ਰੀਮੀਅਮ ਜਿਹੜਾ ਸਾਡਾ ਸ਼ੇਅਰ ਬਣਦਾ ਜਿੰਨਾ ਇਹ ਕਰਨਗੇ ਬੀਮਾ ਉਹਦਾ ਅਸੀਂ ਇਹਨਾਂ ਨੂੰ ਐਡਵਾਂਸ ਦੇਣਾ ਹੈ ਕਿਉਂਕਿ ਲਾਸ ਹੋਵੇ ਨਾ ਹੋਵੇ। ਅਸੀਂ ਜਦੋਂ ਕਿਸਾਨ ਨੇ ਜਿੰਨੇ ਕਿਸਾਨਾਂ ਨੇ ਬੀਮਾ ਕਰਾ ਲਿਆ, ਜਦੋਂ ਇਹਨਾਂ ਨੇ ਸਾਨੂੰ ਬਿੱਲ ਰੇਜ਼ ਕਰਤਾ ਵੀ ਇੰਨੇ ਕਿਸਾਨਾਂ ਨੇ ਇੰਨੇ 1000 ਹੈਕਟੇਅਰ ਦਾ ਬੀਮਾ ਕਰਾਇਆ ਹੈ, ਉਹਨੇ ਪੈਸੇ ਸਾਡੇ ਲਈ ਮੈਂਡੇਟਰੀ ਹੈ ਐਡਵਾਂਸ ਪੇਮੈਂਟ ਇਹਨਾਂ ਨੂੰ ਕਰਨੀ। ਜੀ, ਪਰ ਮਾਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਕੀਮ NAIS ਦੀ ਜਿਹੜੀ ਸਕੀਮ ਆ ਇਹ ਕੋਈ ਬਹੁਤਾ ਕਾਮਯਾਬ ਹਾਲੀ ਵੀ ਨਹੀਂ ਹੋ ਸਕਦੀ ਜੇ ਉਹਨੂੰ ਭਾਵੇਂ ਯੀਲਡ ਬੇਸਡ ਵੀ ਬਣਾ ਲਈਏ, ਕਿਉਂਕਿ ਇਹ ਸਿਰਫ ਜਿਹੜੇ ਲੋਕੀ ਸਰਕਾਰੀ ਅਦਾਰਿਆਂ ਤੋਂ ਲੋਨ ਲੈਂਦੇ ਸਿਰਫ ਉਹ ਕਵਰਡ ਆ, ਪਰ ਇੱਥੇ ਤੇ ਪੰਜਾਬ ਦੇ ਵਿੱਚ ਤੇ ਬਹੁਤੇ ਲੋਕੀ ਪ੍ਰਾਈਵੇਟ ਆੜਤੀਆਂ ਤੋਂ ਕਰਜ਼ੇ ਲੈਂਦੇ ਆ। ਇਸ ਤਰ੍ਹਾਂ ਕਿ ਇਹ ਕੁਝ ਵੀ ਜਿਹੜੀ ਇਸ ਤਰ੍ਹਾਂ ਦੀਆਂ ਸਕੀਮਾਂ ਨੇ ਉਹਨਾਂ 'ਚ ਇੰਨਾ ਲਿਖਤ ਪੜਤ ਤੇ ਇੰਨਾ ਕਾਗਜ਼ਾਂ ਦਾ ਕੰਮ ਹੁੰਦਾ ਹੈ। ਇਹ ਸਾਰਾ ਕੰਮ ਜਿਹੜਾ ਉਹ ਇੰਨਾ ਕਲੈਰੀਕਲ ਜ਼ਿਆਦਾ ਔਖਾ ਹੋ ਜਾਂਦਾ ਹੈ ਕਿ ਆਮ ਫਾਰਮਰ ਲਈ ਇਹ ਸਾਰਾ ਕੁਝ ਕਰਨਾ ਇਹ ਪੋਸੀਬਲ ਹੀ ਨਹੀਂ, ਇਹ ਪ੍ਰੈਕਟੀਕਲ ਨਹੀਂ। ਦੂਸਰੀ ਗੱਲ ਇਹ ਆਉਂਦੀ ਹੈ ਕਿ ਜਿਹੜਾ ਡਿਫਰੈਂਸ ਹੈ ਇਸ ਸਕੀਮ ਦੇ ਵਿੱਚ ਜਿੰਨੀ ਯੀਲਡ ਘਟਦੀ ਹੈ ਉਹਦਾ ਡਿਫਰੈਂਸ ਇਹਨਾਂ ਕੰਪਨੀਆਂ ਨੇ ਦੇਣਾ। ਜੇ ਕੋਈ ਪ੍ਰਾਈਵੇਟ ਕੰਪਨੀਆਂ ਇੰਸ਼ੋਰੈਂਸ ਦੀਆਂ ਜਿਹੜੀਆਂ ਨੇ ਕੋਈ ਘਾਟੇ ਵੰਜੀ ਤੇ ਚੱਲਣੀ ਨਹੀਂ, ਉਹਨਾਂ ਵੀ ਧੰਦਾ ਕਰਨਾ। ਇਹ ਜਿਹੜੀਆਂ ਸਾਰੀਆਂ ਕੰਪਨੀਆਂ ਨੇ ਗਵਰਨਮੈਂਟ ਨੇ ਜਿਹੜੀਆਂ ਉਹਨਾਂ ਨੂੰ ਸਬਸਿਡੀਜ਼ ਦੇਣੀਆਂ ਨੇ, ਸਾਰਾ ਇੱਕ ਕਿਸਮ ਦਾ ਸਬਸਿਡੀਜ਼ ਜਿੱਦਾਂ ਅੱਗੇ ਫਰਟੀਲਾਈਜ਼ਰਸ ਵਿੱਚ ਕੰਪਨੀਆਂ ਨੂੰ ਸਬਸਿਡੀਜ਼ ਦਿੱਤੀਆਂ, ਜਿੱਦਾਂ ਬੀਆਂ ਵਿੱਚ ਸਬਸਿਡੀਜ਼ ਦਿੱਤੀਆਂ ਤੇ ਘੁਟਾਲੇ ਨਿਕਲਦੇ ਆਉਂਦੇ ਨੇ। ਇਦਾਂ ਦਾ ਇੱਕ ਹੋਰ ਨਾ ਸਾਨੂੰ ਖਤਰਾ ਵੀ ਪਤਾ नहीं कि घोटाले को शुरू हो जाने। आपकी कंपनी और बाकी जो कंपनीज है ये फार्मर्स में जागरूकता लाने के लिए क्या कर रही है? नहीं, उससे पहले मैं सिद्धू साहब के सवाल का जवाब देना चाहता हूँ। पहली चीज कि कोई भी जब भी इंश्योरेंस की स्कीम होती है तो एक्चुअल प्राइसिंग के ऊपर बेस्ड होती है। और सिद्धू साहब को ये जान की खुशी होगी कि अभी हम जो प्रपोजल देने जा रहे हैं उसके अंदर हमने जो प्रीमियम रखा है वो बहुत ही मिनिमम रखा है, जैसे डायरेक्टर सर ने बताया भी है। सेकेंडली, जो यील्ड बेस्ड इंश्योरेंस है वो NAIS के अंदर कुछ इनहेरेंट प्रॉब्लम्स थी, कुछ गलतियां थी, उसको सुधार के मॉडिफाइड NAIS बनाई गई है, जिसको इस साल पंजाब सरकार भी लागू करने जा रही है, मतलब नोटिफाई करने जा रही है। सेकेंडली, कोई भी ऐसा नहीं है कि भाई कोई भी, जैसे सर ने बताया, सिद्धू सर ने बताया कि इंश्योरेंस कंपनियां अपने लॉस में नहीं जाना चाहेंगी। मैं आपको बताना चाहता हूं कि इस प्रोडक्ट के लिए पूरी री इंश्योरेंस सपोर्ट है जो इंटरनेशनल री इंश्योरेंस के थ्रू ली जाती है। तो अगर कोई लॉस मेजर आ भी जाएगा तो हमारे को उसको क्लेम देने में कोई प्रॉब्लम नहीं है क्योंकि वो री इंश्योर्ड है। लेकिन जैसे मान साहब कह रहे हैं कि जो फार्मर्स हैं उनको ये कागजी कार्रवाई, इतनी लिखित पढ़त जो है वो करने में काफी दिक्कत आती है, तो आप क्या कंपनीज क्या कोशिश करती हैं कि उनको पहले तो जागरूकता उनमें आए और दूसरी उनको ये मदद मिले ये कागजी कार्रवाई? मान साहब, आपकी जानकारी के लिए जितने जो लोनी फार्मर्स है उनको कोई कागज कोई कुछ नहीं भरना है इस स्कीम के अंदर आने के लिए, और जो नॉन लोनी फार्मर्स है उनको भी सेम जो तवज्जो हम लोनी फार्मर्स को दे रहे हैं, सेम टर्म एंड कंडीशंस के ऊपर नॉन लोनी फार्मर्स को भी ये स्कीम प्रोवाइड की जाएगी, जिसके अंदर उनको बहुत मिनिमम सिर्फ अपना नाम, गांव का नाम और
कितने एकड़ जमीन का वो इंश्योरेंस कराना चाहते हैं, और ऑफ कोर्स उसके बराबर का प्रीमियम। बस ये 4 चीजें ली जाएंगी और उसके अंदर उनको इंश्योरेंस कर दिया जाएगा। तो जैसे आपने बोला कि कागजी कार्रवाई के अंदर कोई प्रॉब्लम है, तो वो इस स्कीम के अंदर बिल्कुल हटा दिया गया। कागजी कार्रवाई का तो कोई नामो निशान ही नहीं रहे। चंगी गल है, लेकिन जो मौका आएगा उदों पता लगेगा। नहीं संधू साहब, मैं ये भी गल तुहानूं दसणी चाहुंदा भी एक लोनी फार्मर्स ਲਈ कंपलसरी है, पर नॉन लोनी फार्मर्स ਲਈ भी वॉलंटरी है, वो भी करा सकते हैं बीमा। ये नहीं है कि ਅਸੀਂ सिर्फ लोनी फार्मर्स ਨੂੰ ਹੀ कवर करना। लोनी फार्मर्स ਲਈ ਤਾਂ ਇਸ ਲਈ कंपलसरी सरकार सोच रही है कि भी घट्टो घट्ट ਉਹਨਾਂ ਦਾ ਲੋਨ ਤਾਂ कवर हो जाए, ਤੇ ਜਿਹੜੇ नॉन लोनी ने ਉਹਦਾ ਜੇ जी करता करा लवे, जे जी करता किसान ना करावे, ਉਹਦੇ ਲਈ वॉलंटरी रखी गई है। लेकिन मोंगे साहब, ये 2 तरीके की क्रॉप इंश्योरेंस है, एक वेदर बेस्ड स्कीम है और दूसरी यील्ड बेस्ड स्कीम है। इन दोनों में क्या फर्क है? सर, जो वेदर बेस्ड स्कीम होती है वो वेदर की अगर कोई कंडीशंस चेंज हो रही हैं, जो आइडियल वेदर है उससे अगर कोई आइडियल वेदर से चेंज होती है तो उसको भुगतान करने के लिए होती है। और जो यील्ड बेस्ड होती है वो अगर आपके पिछले 7 साल का एवरेज निकाल के यील्ड का, अगर आपकी यील्ड उससे कम आती है विद एक पर्टिकुलर इंडेमनिटी लेवल दिया जाता है उसका, तो उस यील्ड की कमी को वो भुगतान करती है। तो ये दोनों का जो मेजर फर्क है, बेसिकली फर्क ये है कि जी वेदर बेस्ड है दैट इज मोर सूटेबल, वो ज्यादा सूटेबल है रेनफेड एरियाज ਲਈ, जी यील्ड बेस्ड है वो इरीगेटेड एरियाज ਲਈ ज्यादा सूटेबल है। लेकिन जब ये आप यील्ड बेस्ड स्कीम जो होगी तो उसके लिए कितने साल की यील्ड की आप एवरेज लेंगे? हाँ जी, 7 साल की उसकी हम यील्ड की एवरेज लेंगे। और अगर राज्य सरकार ने कोई उसके अंदर आपदाग्रस्त कोई साल घोषित किए गए हैं तो 2 साल हम मैक्सिमम उसमें से घटा सकते हैं, तो उनको हम काउंट नहीं करेंगे। फिर बात। और यूनिट क्या आपकी डिस्ट्रिक्ट यूनिट होगी या ब्लॉक यूनिट होगी या एक विलेज को यूनिट मानेंगे? जो MNA को गवर्नमेंट ऑफ इंडिया ने ऑथराइज किया है वो उसके अंदर विलेज या ग्राम पंचायत को माना जाएगा एज ए यूनिट। सो डिस्ट्रिक्ट और ब्लॉक को यूनिट नहीं माना जाएगा? नहीं, वो डिपेंड करता है कि स्टेट गवर्नमेंट कितनी इक्विप्ड है क्रॉप कटिंग एक्सपेरिमेंट करने के लिए। अगर वो ब्लॉक लेवल पे इक्विपमेंट है तो फिर ब्लॉक लेवल, नहीं तो फिर। लेकिन विलेज लेवल, ब्लॉक लेवल और डिस्ट्रिक्ट लेवल के इनके कोई मापदंड यूनिट के डिफरेंट हैं? वो क्रॉप कटिंग एक्सपेरिमेंट्स जो हैं वो डिफरेंट है। अगर ये स्कीम विलेज लेवल पे इंप्लीमेंट होनी है तो 8 एक्सपेरिमेंट करने पड़ेंगे, अगर सब ब्लॉक लेवल पे करनी है तो 10, ब्लॉक लेवल पे 16 और डिस्ट्रिक्ट लेवल पे 24। मतलब ਇਹਦਾ ਬੇਸਿਕਲੀ ਫਰਕ ਇਹਨੇ ਹੈ ਜੀ ਵੀ ਜਿੰਨੀ ਤੁਸੀਂ ਯੂਨਿਟ ਛੋਟੀ ਕਰਨੀ ਹੈ ਉਹਨਾਂ ਸਟੇਟ ਗਵਰਨਮੈਂਟ ਨੂੰ ਉਹਦੀ ਯੀਲਡ ਐਸਟੀਮੇਸ਼ਨ ਦੇ ਉੱਤੇ ਜ਼ਿਆਦਾ ਖਰਚਾ ਕਰਨਾ ਪਏਗਾ। ਗੱਲ ਇਹ ਨਹੀਂ ਹੈ ਕਿਉਂਕਿ ਜੇ ਜ਼ਿਲ੍ਹਾ ਰੱਖਣਾ ਤੁਸੀਂ ਯੂਨਿਟ ਤਾਂ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਸਿਰਫ 24 ਐਕਸਪੈਰੀਮੈਂਟ ਕਰਨ ਦੀ ਲੋੜ ਹੈ, ਤੇ ਜ਼ਿਲ੍ਹੇ ਦੇ ਵਿੱਚ 600 ਪਿੰਡ ਨੇ, ਅਗਰ ਤੁਸੀਂ ਪਿੰਡ ਯੂਨਿਟ ਰੱਖਣਾ ਹੈ ਤਾਂ ਮੈਨੂੰ ਘੱਟੋ ਘੱਟ 4 ਹਰ ਪਿੰਡ ਦੇ ਵਿੱਚ ਕਰਨੇ ਪੈਣਗੇ, ਤਾਂ ਮੈਨੂੰ 2400 ਕਰਨਾ ਪਏਗਾ। ਮੇਰੀ ਮੈਨ ਪਾਵਰ ਦੀ ਤੇ ਹੋਰ ਸਾਰੀਆਂ ਦੀ ਰਿਕੁਆਇਰਮੈਂਟ ਜਿਹੜੀ ਹੈ ਉਹ ਵੱਧ ਜਾਂਦੀ ਹੈ, ਪਰ ਉਹਦੇ ਨਾਲ ਕੀ ਹੈ ਵਿਲੇਜ ਯੂਨਿਟ ਰੱਖਣਾ ਸਾਡੇ ਲਈ ਬੈਨੀਫੀਸ਼ੀਅਲ ਹੈ, ਕਿਉਂਕਿ ਜੇ ਥੋੜੇ ਜਿਵੇਂ ਹੁਣ ਕੁਝ ਪਿੰਡਾਂ 'ਚ ਗੜੇ ਪਏ ਨੇ ਤਾਂ ਜਿੱਥੇ ਪਾਰਟੀਕੂਲਰ ਨੁਕਸਾਨ ਹੁੰਦਾ ਹੈ ਉੱਥੇ ਵੀ ਭਰਪਾਈ ਹੋ ਜਾਂਦੀ ਹੈ ਨੁਕਸਾਨ ਦੀ। ਦੇਖੋ ਜਦੋਂ ਕਿਤੇ ਜਿੱਦਾਂ ਦੱਸਿਆ ਸੀ ਸਾਹਿਬ ਨੇ ਵੀ ਗੜੇ ਪੈਂਦੇ ਨੇ ਪਿੰਡ 'ਚ, ਸਾਡੇ ਵੇਖਣ 'ਚ ਆਈ ਇਹ ਗੱਲ ਔਰ ਆਮ ਪਤਾ ਹੈ ਵੀ ਗੜੇ ਪੈਂਦੇ ਨੇ, ਐਉਂ ਨਾਲੋਂ ਦੀ ਲੱਸ ਲੈ ਜਾਂਦੇ ਨੇ, ਨਾਲ ਦਾ ਖੇਤ ਜਿਹੜਾ ਚੰਗਾ ਭਲਾ ਰਹਿੰਦਾ ਇੱਕ ਜਿਹੜਾ ਉਜਾੜ ਕੇ ਰੱਖ ਦਿੰਦੇ ਨੇ। ਜਦੋਂ ਉਹਨੂੰ ਐਵਰੇਜਿੰਗ ਕਰਦੇ ਆ, ਪਿੰਡ ਦੀ ਐਵਰੇਜ ਕਰ ਲਓ, ਤੇ ਉਹਦੇ ਨਾਲ ਵੀ ਉਹ ਐਵਰੇਜਿੰਗ ਵਿੱਚ ਤੇ ਉਹਦਾ ਕੋਈ ਭਰਪਾਈ ਨਹੀਂ ਹੋਣੀ। ਸੋ ਤੁਹਾਡਾ ਮਤਲਬ ਹੈ ਵੀ ਵਿਲੇਜ ਬੇਸਡ ਵੀ ਨਹੀਂ ਹੋਣੀ ਚਾਹੀਦੀ, ਸ਼ਾਇਦ ਇੰਡੀਵਿਜੂਅਲ ਬੇਸਡ ਹੋਣੀ ਚਾਹੀਦੀ ਹੈ। ਜਿਹਦੀ ਇੰਸ਼ੋਰੈਂਸ ਕਰਦੇ ਨੇ ਉਹਦੀ ਹੋਣੀ ਚਾਹੀਦੀ ਹੈ। ਅਗਰ ਇੰਸ਼ੋਰੈਂਸ ਦੀ ਗੱਲ ਅਗਰ ਸਾਨੂੰ ਚੰਗੀ ਲੱਗੇਗੀ ਤੇ ਅਸੀਂ ਇਹਨਾਂ ਕੋ ਪਰਚੇਜ਼ ਕਰਾਂਗੇ, ਨਾ ਚੰਗੀ ਲੱਗੇਗੀ ਤਾਂ ਨਾ ਕਰਾਂਗੇ। ਲੇਕਿਨ ਉਸ ਇੰਸ਼ੋਰੈਂਸ ਦੇ ਵਿੱਚ ਜਦੋਂ ਇਹ ਪਿੰਡ ਨੂੰ ਵੀ ਇੱਕ ਬੇਸ ਬਣਾ ਕੇ ਸਾਨੂੰ ਇੱਕ ਅਲਿਓਰਮੈਂਟ ਦਿੰਦੇ ਨੇ, ਲੌਲੀਪੌਪ ਜਿਹਾ ਇਸ ਵੇਲੇ ਦੱਸ ਰਹੇ ਨੇ, ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਇਹਦੇ 'ਚ ਬਹੁਤਾ ਇੰਟਰਸਟ। ਇਹ ਇਸਕੋ लॉलीपॉप बता रहे हैं मोंगे साहब। सर देखिए, पहले जब डिस्ट्रिक्ट लेवल पे या ब्लॉक लेवल या तहसील लेवल पे जब NAS लागू की जाती थी तब लोग ये बोलते हैं कि इसे विलेज लेवल पे इंप्लीमेंट करें। अब हम विलेज लेवल पे भी इसको ले आए हैं तो शायद उसको लॉलीपॉप बताना जाना मेरे हिसाब से उचित नहीं है। लेकिन इस चीज के अंदर एक चीज और है कि अगर कहीं पे लोकलाइज्ड नुकसान हुआ है कोई जैसे हेल स्टॉर्म से, तो उस लोकलाइज्ड नुकसान की भरपाई करने का प्रोविजन इस स्कीम में दिया गया है, बशर्ते वो किसान 48 घंटे के अंदर अपनी शिकायत दर्ज करा दे कि यहाँ पे हमारा नुकसान हुआ है। एक सर्वेयर स्टेट गवर्नमेंट और इंश्योरेंस मिलके एक वहां पे अपॉइंट कर सकते हैं और उसका लॉस देखा जा सकता है। मान साहब, एक होर फीलिंग है कि जेड़ा प्रीमियम है वो बहुत ज्यादा वा ते क्लेम बड़ा घट मिलता वा, ਇਹਦਾ ਫਿਰ ਕੀ ਇਲਾਜ ਹੈ? देखो, टर्म्स ऑफ ट्रेड बिटवीन एग्रीकल्चर एंड अदर सैक्टर्स ਜਿਹੜੇ ਨੇ ਉਹ ਇੰਨੇ ਜ਼ਿਆਦਾ ਫਰਕ ਪੈ ਰਿਹਾ ਹੈ, ਉਹਦੇ ਨਾਲ ਐਉਂ ਲੱਗਦਾ ਤਾਂ ਹੈ ਵੀ ਸਾਡੀਆਂ ਕੀਮਤਾਂ ਵਧ ਰਹੀਆਂ ਨੇ, ਲੇਕਿਨ ਅਸਲ ਵਿੱਚ ਸਾਡੀਆਂ ਕੀਮਤਾਂ ਘਟ ਰਹੀਆਂ ਨੇ। ਮੇਰਾ ਖਿਆਲ ਹੈ ਸਾਰੇ ਪ੍ਰੋਫੈਸ਼ਨਲ ਮੰਨਦੇ ਨੇ, ਸਾਰੀ ਦੁਨੀਆ ਮੰਨਦੀ ਪਈ ਹੈ। ਔਰ ਇਸੇ ਕਰਕੇ ਹੀ ਐਗਰੀਗੇਟ ਮੇਜਰਮੈਂਟ ਆਫ ਸਪੋਰਟ ਟੂ ਇੰਡੀਅਨ ਫਾਰਮਰਸ ਇਜ਼ ਨੈਗੇਟਿਵ। MSP ਜਿਹੜੀ ਹੈ ਉਹਨੂੰ ਵੀ ਅਸਲ 'ਚ MSP ਨੂੰ ਮਿਨੀਮਮ ਸਪੋਰਟ ਪ੍ਰਾइस ਨੂੰ मैक्सिमम प्रोक्योरमेंट प्राइस बना लिया जाता है। ये सारी इंश्योरेंस वास्ते मोंगे साहब ये क्या रेशियो क्या होता है
क्लेम और प्रीमियम के बीच में कैसे कैलकुलेट करते हैं आप रेशियो बिटवीन द क्लेम एंड द प्रीमियम दैट अ फार्मर हैज टू पे? जब क्लेम कैलकुलेट करने का एक तरीका बताया गया है, उसके अंदर यह है कि थ्रेशोल्ड लिमिट, जो थ्रेशोल्ड यील्ड है और जो आपकी एक्चुअल यील्ड है, उनका जो डिफरेंस आएगा और उसको अगर आप थ्रेशोल्ड यील्ड से डिवाइड कर देंगे तो आपको परसेंटेज यील्ड आ जाएगी, इतना डिफरेंस आ रहा है। उससे आप जो आपको सम इंश्योर्ड दिया गया, जैसे हमने यहाँ पे 45,000 एक सम इंश्योर्ड प्रपोज किया है एवरेज, तो जितना परसेंट वो उससे कम होगा उस हिसाब से उसका क्लेम दे दिया जाएगा। सिद्धू साहब, बाकी कंट्रीज ਦੇ ਵਿੱਚ, ਬਾਕੀ ਮੁਲਕਾਂ ਦੇ ਵਿੱਚ ਜਿਵੇਂ ਅਮਰੀਕਾ ਜਾਂ ਕੈਨੇਡਾ, ਜਿੱਥੇ ਐਗਰੀਕਲਚਰ ਦੇ ਉੱਤੇ ਕਾਫੀ ਜ਼ੋਰ ਦਿੱਤਾ ਜਾਂਦਾ ਵਾ, ਉੱਥੇ ਕ੍ਰੌਪ ਇੰਸ਼ੋਰੈਂਸ ਦੀਆਂ ਸਕੀਮਸ ਕਿਸ ਤਰ੍ਹਾਂ ਦੀਆਂ ਵਾ? ਉੱਥੇ ਵੀ ਇੰਸ਼ੋਰੈਂਸ ਜਿਹੜੀ ਹੈ ਹਾਈਲੀ ਸਬਸਿਡਾਈਜ਼ਡ ਹੈ, ਕਿਉਂਕਿ ਉੱਥੇ ਐਗਰੀਕਲਚਰ ਹੀ ਹਾਈਲੀ ਸਬਸਿਡਾਈਜ਼ਡ ਹੈ। ਦੂਜਾ ਨੰਬਰ ਆਫ ਫਾਰਮਰ ਜਿਹੜੇ ਨੇ ਉੱਥੇ ਡਿਪੈਂਡੈਂਟ ਔਨ ਐਗਰੀਕਲਚਰ, ਉਹ ਬੜੇ ਛੋਟੇ ਨੇ। ਤੀਜਾ ਉਹਨਾਂ ਦਾ ਜਿਹੜਾ ਫਾਰਮ ਸਾਈਜ਼ ਹੈ ਉਹ ਟੋਟਲੀ ਡਿਫਰੈਂਟ ਹੈ। ਉਹ ਜਿਹੜੇ ਉੱਥੇ ਪ੍ਰੋਡਕਟ ਚੱਲਦੇ ਨੇ ਇੰਸ਼ੋਰੈਂਸ ਦੇ, ਉਹ ਸਾਡੇ ਤਾਂ ਐਪਲੀਕੇਬਲ ਹੀ ਨਹੀਂ ਹੈਗੇ। ਉਹ ਉਸ ਤਰ੍ਹਾਂ ਦਾ ਸਾਡੇ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਲਾਗੂ ਨਹੀਂ ਕੀਤਾ ਜਾਂਦਾ। ਤੁਹਾਨੂੰ ਲੱਗਦਾ ਕਿ ਇੱਥੇ ਵੀ ਸਰਕਾਰ ਵੱਲੋਂ ਕਾਫੀ ਸਬਸਿਡਾਈਜ਼ ਕਰਨੀ ਪੈਣੀ ਹੈ ਕ੍ਰੌਪ ਇੰਸ਼ੋਰੈਂਸ? ਨਹੀਂ, ਸਰਕਾਰ ਨੇ ਸਬਸਿਡਾਈਜ਼ ਤਾਂ ਕੀਤੀ ਹੈ, ਪਰ ਹਾਲੇ ਵੀ ਐਕਚੁਅਲੀ ਜਿਹੜੀ ਹੈ ਨਾ, ਕਿਉਂਕਿ ਕਿਸਾਨ ਇਹ ਸੋਚਦਾ ਵੀ ਇਹਦਾ ਟਰਨ ਅਰਾਊਂਡ ਪੀਰੀਅਡ, ਜਿਵੇਂ ਮੈਂ ਤੁਹਾਨੂੰ ਕਿਹਾ 3 ਮਹੀਨੇ ਦਾ, ਉਹ ਕਹਿੰਦਾ ਵੀ 3 ਮਹੀਨੇ ਪਹਿਲਾਂ ਮੈਂ 900 ਰੁਪਏ ਕਿੱਲੇ ਦਾ 1 ਏਕੜ ਦਾ ਦਿੱਤਾ ਸੀ ਇੰਸ਼ੋਰੈਂਸ ਕਰਾਉਣ ਲਈ, ਵੀ ਐਤਕੀ ਦਾ ਮੀਂਹ ਮੂੰਹ ਦਾ ਠੀਕ ਪੈ ਗਿਆ ਯਾਰ, ਮੇਰਾ ਤਾਂ 900 ਐਵੇਂ ਹੀ ਗਿਆ। ਮਤਲਬ ਉਸ ਕਰਕੇ ਉਹਨੂੰ ਇਮੀਡੀਏਟਲੀ ਲੱਗਦਾ ਵੀ ਇਟ ਇਜ਼ ਐਨ ਐਕਸਪੈਂਡੀਚਰ। ਪਰ ਜੇ ਜਿਵੇਂ ਹੁਣ ਤੁਸੀਂ ਅੱਜ ਦੀ ਗੱਲ ਹੀ ਲਓ, ਵੀ ਅਗਰ ਇਹ ਕ੍ਰੌਪ ਦਾ ਕਾਟਨ ਦਾ ਇੰਸ਼ੋਰੈਂਸ ਹੋਇਆ ਹੁੰਦਾ, ਅਗਰ ਫਰਜ਼ ਕਰੋ 45,000 ਰੁਪਏ ਦਾ ਹੈਕਟੇਅਰ ਦਾ ਹੀ ਹੋਇਆ ਹੁੰਦਾ, ਤਾਂ ਜੇ ਮੀਂਹ ਪੈ ਗਿਆ ਸੀ ਕਿ ਫਸਲ ਬਿਲਕੁਲ ਤਬਾਹ ਹੋ ਗਈ ਸੀ, ਤਾਂ ਉਹਨੂੰ 25% ਜਿਹੜਾ ਵਿਦਆਊਟ ਆਸਕਿੰਗ ਐਨੀ ਕੁਐਸਚਨ ਉਹਨੂੰ ਮਿਲ ਜਾਣਾ ਸੀ। 900 ਰੁਪਏ ਦਾ ਪ੍ਰੀਮੀਅਮ ਦੇ ਕੇ ਉਹਨੇ ਇੰਸ਼ੋਰੈਂਸ ਕਰਾ ਕੇ ਉਹਨੂੰ 11,500 ਰੁਪਏ ਜਿਹੜਾ ਹੈ ਮਿਲ ਜਾਣਾ ਸੀ ਟੋਟਲ ਲਾਸ ਗਿਣ ਕੇ। ਤਾਂ ਇਸ ਲਈ ਇਹ ਨਹੀਂ ਗੱਲ ਹੈ, ਪਰ ਇਹ ਸਾਲ 'ਚ ਕਿੰਨੀ ਵਾਰੀ ਹੁੰਦਾ ਹੈ ਔਰ ਹਰ ਫਾਰਮਰ ਦੇ ਕਿੰਨੇ ਸਾਲਾਂ ਬਾਅਦ ਦੁਬਾਰਾ ਹੁੰਦਾ ਹੈ, ਤੇ ਉਹਦੀ ਸਾਲ ਦਰ ਸਾਲ ਉਹਦੀ ਕਾਸਟ ਕਿੰਨੀ ਹੈ, ਫਾਰਮਰ ਦੀ ਕੈਪੈਸਿਟੀ ਕਿੰਨੀ ਹੈ, ਫਾਰਮਰ ਦੇ ਕੋਲੇ ਰਿਸੋਰਸਸ ਕਿੰਨੇ ਨੇ, ਇਹਨਾਂ ਸਾਰੀਆਂ ਗੱਲਾਂ ਤੇ ਜਿਹੜਾ ਨਿਰਭਰ ਕਰਦਾ ਹੈ। ਔਰ ਜਿਵੇਂ ਮਾਨ ਸਾਹਿਬ ਨੇ ਕਿਹਾ ਵੀ ਕੋਈ ਕੰਪਨੀ ਜਿਹੜਾ ਹੈ ਉਹ ਘਾਟੇ ਬੰਦਾ ਸੌਦਾ ਤਾਂ ਕਰਦੀ ਨਹੀਂ, ਅਲਟੀਮੇਟਲੀ ਇਹ ਸੋਚ ਰਹੇ ਵੀ ਇਹ ਕੰਮ ਜਿੰਨਾ ਵਧੇ ਪ੍ਰੀਮੀਅਮ ਘਟ ਜਾਏਗਾ, ਪਰ ਹਾਲੇ ਸਾਡੇ ਕਿਸਾਨ ਅੱਗੇ ਨਹੀਂ ਆ ਰਹੇ। ਜੇ ਹੁਣ ਕਿਸਾਨ ਇਹ ਕਰਦੇ ਨੇ ਸਾਰੇ ਹਿੰਦੁਸਤਾਨ ਦੇ ਵਿੱਚ 40,000 ਕਿਸਾਨਾਂ ਦਾ ਬੀਮਾ, ਅਗਲੇ 4 ਲੱਖ ਕਿਸਾਨਾਂ ਦਾ ਬੀਮਾ ਜਦੋਂ ਉਹਨੂੰ ਆਦਤ ਪੈ ਜੂਗੀ ਤੇ ਫਿਰ ਇਸ ਪਾਸੇ ਆਉਣਗੇ। ਮਾਨ ਸਾਹਿਬ, ਸਮਾਂ ਬੜਾ ਥੋੜਾ ਵਾ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਵੀ ਕਿਸ ਤਰ੍ਹਾਂ ਦੀ ਕ੍ਰੌਪ ਇੰਸ਼ੋਰੈਂਸ ਸਕੀਮ ਹੋਣੀ ਚਾਹੀਦੀ ਆ ਜਿਹਦੇ ਨਾਲ ਕਿਸਾਨੀ ਜਿਹੜੀ ਆ ਉਹ ਬਰਕਰਾਰ ਰਹੂਗੀ? ਇਸ ਸਮੇਂ ਦੇ ਵਿੱਚ ਮੈਂ ਇੱਕ ਗੱਲ, ਕਿਉਂਕਿ ਸਿੱਧੂ ਸਾਹਿਬ ਨੇ ਜਿਹੜੀ ਆਖੀ ਹੈ ਕਿ ਜਦੋਂ ਤੁਸੀਂ ਸਵਾਲ ਕੀਤਾ ਕਿ ਬਾਹਰ ਦੇ ਮੁਲਕਾਂ 'ਚ ਕੀ ਚੱਲ ਰਿਹਾ, ਇਹ ਠੀਕ ਹੈ ਕਿ ਉੱਥੇ ਸਬਸਿਡਾਈਜ਼ਡ ਨੇ, ਇਹਨਾਂ ਨੇ ਜਿੱਦਾਂ ਦੱਸਿਆ। ਇੰਡੀਆ ਵਿੱਚ ਐਗਰੀਕਲਚਰ ਜਿਹੜੀ ਉਹ ਨੈਗੇਟਿਵਲੀ ਸਬਸਿਡਾਈਜ਼ਡ ਹੈ। ਐਗਰੀਕਲਚਰ ਮੇਜਰਮੈਂਟ ਆਫ ਸਪੋਰਟ ਜਿਹੜੀ ਉਹ ਨੈਗੇਟਿਵ ਹੈ ਇਨ ਟਰਮਸ ਆਫ ਐਗਰੀਕਲਚਰ। ਬਿਲਕੁਲ ਜਦੋਂ ਇਕਨੋਮਿਕ ਐਂਡ ਤੋਂ ਅਸੀਂ ਦੇਖਦੇ ਹਾਂ। ਸਮਾਂ ਬੜਾ ਥੋੜਾ ਵਾ, ਪਰ ਕ੍ਰੌਪ ਇੰਸ਼ੋਰੈਂਸ ਫਾਈਨਲ ਗੱਲ ਲਗਾ ਕਰਾਂ। ਕ੍ਰੌਪ ਇੰਸ਼ੋਰੈਂਸ ਦੀ ਇਸ ਤਰ੍ਹਾਂ ਹੈ ਕਿ ਸਾਰੇ ਪੰਜਾਬ ਵਿੱਚ ਜਿਹੜੀ ਰੂਰਲ ਡੈਟ, ਰੂਰਲ ਡਿਵੈਲਪਮੈਂਟ ਫੰਡ ਇੰਨਾ 1,200 ਕਰੋੜ ਜਾਂ ਕਿੰਨਾ ਸਾਨੂੰ ਆ ਰਿਹਾ ਹੈ, ਤੇ ਜਦੋਂ ਅਸੀਂ ਪੰਜਾਬ ਦੀ ਇੱਕ ਯੂਨਿਟ ਦੇ ਤੌਰ ਤੇ ਪੰਜਾਬ ਦੀ ਖੇਤੀ ਕਰਦੇ ਪਏ ਆ, ਤੇ ਪੰਜਾਬ ਸਰਕਾਰ ਓਵਰਆਲ ਟੋਟਲ ਕਰ ਲੈ ਤੇ ਇੰਸ਼ੋਰੈਂਸ ਇਹਨਾਂ ਨਾਲ ਕਰਵਾ ਲਵੇ ਜੇ ਚੰਗੀ ਲੱਗਦੀ ਹੈ, ਤੇ ਜਿੱਥੇ ਇਹਦੇ ਨੁਕਸਾਨ ਹੁੰਦਾ ਉੱਥੇ ਫਾਰਮਰਸ ਨੂੰ ਪੂਰੇ ਦਾ ਪੂਰਾ ਉਹਦਾ नुकसान दे देवे। मोगे साहब, जाते जाते आपसे पूछना चाहूंगा कि कैसी क्रॉप इंश्योरेंस स्कीम होनी चाहिए जो फार्मर्स को और इंश्योरेंस कंपनीज दोनों को वाजिब हो? सर, ये नीड बेस्ड है। अगर आपको लगता है कि जैसे डायरेक्टर साहब ने बताया कि अगर रेनफेड एरिया है तो वेदर बेस्ड क्रॉप इंश्योरेंस इसके लिए फिजिबल है, लेकिन अगर आप लगता है कि अभी यील्ड पे जाना चाहिए, जहाँ पे यील्ड वेरिएशन ज्यादा है, तो वहाँ पे यील्ड बेस्ड इंश्योरेंस लागू होनी चाहिए। तो आपको लगता है कि पंजाब में यील्ड बेस्ड स्कीम जो है वो ज्यादा कामयाब हो? जी जी जी। बहुत बहुत धन्यवाद जी, ਤੁਸੀਂ ਇਸ ਡਿਸਕਸ਼ਨ ਦੇ ਵਿੱਚ ਆਏ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਦਾ ਮੁੱਖ ਕਿੱਤਾ ਖੇਤੀ ਅਤੇ ਬਾਗਬਾਨੀ ਹੈ, ਅਤੇ ਇਹ ਦੋਵੇਂ ਹੀ ਕੁਦਰਤ ਦੇ ਰੰਗ ਰੂਪ ਉੱਤੇ ਨਿਰਭਰ ਨੇ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਕ੍ਰੌਪ ਇੰਸ਼ੋਰੈਂਸ ਸਕੀਮਾਂ ਨੂੰ ਕਾਮਯਾਬ ਬਣਾਉਣਾ ਪਏਗਾ, ਨਹੀਂ ਤਾਂ ਕਿਸਾਨ ਆਪਣੇ ਜੱਦੀ ਕਿੱਤੇ ਤੋਂ ਪਰੇ ਚਲੇ ਜਾਣਗੇ। ਇਹਨਾਂ ਤਿੰਨਾਂ ਰਾਜਾਂ ਨੂੰ ਇਸ ਖੇਤਰ ਯਾਨੀ ਕ੍ਰੌਪ ਇੰਸ਼ੋਰੈਂਸ ਨੂੰ ਗੰਭੀਰਤਾ ਨਾਲ ਵਿਚਾਰਨਾ ਹੋਵੇਗਾ। ਇਸ ਦੇ ਨਾਲ ਹੀ ਅਸੀਂ ਅੱਜ ਦਾ ਪ੍ਰਾਈਮ ਖਤਮ ਕਰਦੇ ਹਾਂ। ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨਾਲ। ਨਮਸਕਾਰ, ਸਤਿ ਸ਼੍ਰੀ ਅਕਾਲ।